ਲੇਕਿਨ ਸਲਾਮ ਤੁਹਾਨੂੰ ਕਹਿੰਦੇ, ਪਰ ਤੁਸੀਂ ਫਤਿਹ ਬੁਲਾਈ ਹੈ, ਇਸ ਦਾ ਮੈਨੂੰ ਅਚੰਭਾ ਜ਼ਰੂਰ ਹੋਇਆ। ਖਾਨ ਸਾਹਿਬ ਇਸ ਬਾਰੇ ਕੁਝ ਦੱਸੋਗੇ? ਉਹ ਕਹਿੰਦੇ, ਮਹਾਂਪੁਰਸ਼ੋ ਇਹ ਲੰਬੀ ਕਹਾਣੀ ਹੈ, ਫਿਰ ਕਿਧਰੇ ਬੈਠਾਂਗੇ ਤੁਹਾਡੇ ਨਾਲ ਤੇ ਤੁਹਾਨੂੰ ਜ਼ਰੂਰ ਦੱਸਾਂਗੇ। ਫਿਰ ਕਿਧਰੇ ਤੁਹਾਡੇ ਨਾਲ ਬੈਠਾਂਗੇ ਤੇ ਤੁਹਾਨੂੰ ਦੱਸਾਂਗੇ। ਤੇ ਮਹਾਂਪੁਰਸ਼ ਕਹਿੰਦੇ, ਮੈਂ ਤੇ ਸੈਰ ਕਰਨ ਵਾਸਤੇ ਜਾ ਰਿਹਾ ਤੇ ਮੇਰੇ ਨਾਲ ਹੀ ਚੱਲ, ਮੇਰੇ ਨਾਲ ਹੀ ਚੱਲ, ਨਾਲ ਗੱਲ ਕਰੀ ਜਾਓ, ਮੈਂ ਤੁਹਾਡੀ ਗੱਲ ਸੁਣੀ ਜਾਵਾਂਗਾ। ਕਹਿੰਦੇ ਮਹਾਂਪੁਰਸ਼ ਵੀ ਤੁਰੇ ਜਾ ਰਹੇ ਨੇ ਤੇ ਇਹ ਇੱਕ ਬਾਗ ਦਾ ਮਾਲਕ ਸੀ, ਨਾਲ ਨਾਲ ਤੁਰਿਆ ਜਾ ਰਿਹਾ, ਨਾਲ ਨਾਲ ਤੁਰਿਆ ਜਾ ਰਿਹਾ। ਕਹਿੰਦਾ ਮੇਰੇ ਮਨ ਅੰਦਰ ਜਿਹੜੀ ਤੜਪ ਸੀ ਨਾ, ਉਹ ਸੀ ਮੁਹੰਮਦ ਸਾਹਿਬ ਨੂੰ ਮਿਲਣ ਦੀ, ਕਿਉਂਕਿ ਮੈਂ ਮੁਸਲਮਾਨ ਹਾਂ। ਹਰ ਇੱਕ ਦਾ ਧਰਮ ਆਪਣੇ ਆਪ ਨੂੰ ਪਿਆਰੇ, ਹਰ ਇੱਕ ਨੂੰ ਪਿਆਰਾ ਹੈ। ਜਿਸ ਵੀ ਕਿਸੇ ਨੂੰ ਕੋਈ ਮੰਨਦਾ ਹੈ, ਜੇ ਮੁਸਲਮਾਨ ਵੀਰ ਮੁਹੰਮਦ ਸਾਹਿਬ ਨੂੰ ਮੰਨਦੇ ਨੇ ਤਾਂ ਉਹ ਮੁਹੰਮਦ ਸਾਹਿਬ ਨੂੰ ਮਿਲਣ ਦੀ ਹੀ ਗੱਲ ਕਰਨ। ਜੇ ਕੋਈ ਹਿੰਦੂ ਵੀਰ ਹੈ, ਉਹ ਇਹੋ ਕਹੇਗਾ ਕਿ ਮੈਂ ਸ੍ਰੀ ਰਾਮਚੰਦਰ ਜੀਆਂ ਨੂੰ ਮਿਲਣਾ ਹੈ ਜਾਂ ਕ੍ਰਿਸ਼ਨ ਜੀ ਮਹਾਰਾਜ ਨੂੰ ਮਿਲਣਾ। ਤੇ ਜਦੋਂ ਸਿੱਖ ਦੀ ਗੱਲ ਆਵੇਗੀ, ਉਹ ਆਖੇਗਾ ਮੈਂ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕਰਨੇ ਨੇ, ਮੈਂ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਦਰਸ਼ਨ ਦੀਦਾਰ ਕਰਨੇ ਨੇ। ਮੁਸਲਮਾਨ ਵੀਰ ਕਹਿੰਦਾ ਕਿ ਮੈਂ ਮਨ ਦੇ ਵਿੱਚ ਇਹ ਦ੍ਰਿੜ ਇਰਾਦਾ ਕੀਤਾ ਹੋਇਆ ਸੀ ਕਿ ਮੁਹੰਮਦ ਸਾਹਿਬ ਦੇ ਦਰਸ਼ਨ ਕਰਨੇ ਨੇ। ਕਹਿੰਦੀ ਪਰ ਮੈਨੂੰ ਕੋਈ ਐਸੀ ਰੂਹ ਨਹੀਂ ਮਿਲੀ ਜਿਹੜੀ ਕਿ ਮੈਨੂੰ ਮਿਲਾ ਦੇਗੀ। ਕਹਿੰਦੀ ਮੈਂ ਬਹੁਤ ਘੁੰਮਿਆ, ਦਰ ਦਰ ਤੇ ਕਹਿੰਦੀ ਗਿਆ ਕਿ ਕੋਈ ਮੈਨੂੰ ਮੁਹੰਮਦ ਸਾਹਿਬ ਦੇ ਦਰਸ਼ਨ ਕਰਵਾ ਦੇ, ਪਰ ਕਹਿੰਦੇ ਮੈਂ ਹਾਰ ਕੇ ਬਿਲਕੁਲ ਕਹਿੰਦੇ ਕੋਈ ਲੱਭਿਆ ਕੋਈ ਨਹੀਂ। ਤੇ ਜਿਸ ਵੇਲੇ ਮੈਂ ਕਹਿੰਦੇ ਹੁਣ ਸਮਝਿਆ ਕਿ ਹੁਣ ਮਿਲਾਪ ਦੀ ਮੁਸ਼ਕਲ ਹੈ, ਹੁਣ ਤੇ ਮੁਸ਼ਕਲ ਹੈ। ਕਹਿੰਦੇ ਇੱਕ ਦਿਨ ਫਿਰ ਕਹਿੰਦੇ ਇੱਕ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਕਹਿੰਦੇ ਸਾਡੇ ਇਸ ਬਾਗ ਦੇ ਲਾਗੋਂ ਦੀ ਲੰਘਣ ਲੱਗਾ ਤੇ ਮੈਂ ਸੋਚਿਆ ਵੀ ਸਿੱਖ ਧਰਮ ਦੇ ਵਿੱਚ ਪੁੱਛ ਕੇ ਵੇਖ ਲਵਾਂ ਕਿ ਗੁਰੂ ਕੇ ਲਾਲ ਜਾ ਰਹੇ ਨੇ, ਗੁਰੂ ਕਲਗੀਧਰ ਮਹਾਰਾਜ ਜੀ ਦਾ ਸਰੂਪ। ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਕਿ ਬਾਬਾ ਜੀ ਕਹਿੰਦੇ ਮੇਰੇ ਤੇ ਇੱਕ ਕਿਰਪਾ ਕਰ ਸਕਦੇ ਹੋ? ਕਹਿੰਦੇ ਦੱਸੋ। ਕਹਿੰਦੇ ਮੈਂ ਮੁਹੰਮਦ ਸਾਹਿਬ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਫਿਰ ਕਹਿੰਦੀ ਤੁਹਾਡੇ ਮੁਸਲਮਾਨ ਧਰਮ ਦੇ ਵਿੱਚ ਬਹੁਤ ਫਕੀਰ ਹੋਏ ਨੇ, ਸਾਈਂ ਮੀਆਂ ਮੀਰ ਵਰਗੇ ਬੜੇ ਅੱਜ ਵੀ ਕਹਿੰਦੇ ਬੈਠੇ ਨੇ, ਜਿਨ੍ਹਾਂ ਦੀ ਮਾਲਕ ਦੀ ਬਖਸ਼ਿਸ਼ ਹੈ, ਤੁਸੀਂ ਉਹਨਾਂ ਨੂੰ ਮਿਲੋ ਤੇ ਤੁਹਾਨੂੰ ਮੁਹੰਮਦ ਸਾਹਿਬ ਦੇ ਨਾਲ ਮਿਲਾਪ ਕਰਾ ਦੇਣਗੇ। ਕਹਿੰਦੇ ਮੈਂ ਸਾਰਿਆਂ ਵੱਲ ਜਾ ਕੇ ਵੇਖ ਲਿਆ, ਮੇਰੀ ਪੂਰੀ ਕਿਧਰਿਓ ਨਹੀਂ ਪਈ। ਤੇ ਮੈਂ ਹੁਣ ਇਹ ਚਾਹੁੰਦਾ ਕਿ ਸਿੱਖ ਧਰਮ ਦੇ ਵਿੱਚ ਵੀ ਐਸਾ ਕੋਈ ਹੈ ਵਲੀ ਖੁਦਾ ਜਿਹੜਾ ਕਿ ਮੈਨੂੰ ਮੁਹੰਮਦ ਤੱਕ ਪਹੁੰਚਾ ਦੇਵੇ, ਮੁਹੰਮਦ ਸਾਹਿਬ ਤੱਕ ਪਹੁੰਚਾ ਦੇਵੇ। ਕਹਿੰਦੀ ਹਾਂ। ਕਹਿੰਦੀ ਹੈ, ਤੁਹਾਡਾ ਮਿਲਾਪ ਹੋ ਜਾਵੇਗਾ। ਕਹਿੰਦੀ ਕਿਵੇਂ ਮਿਲਾਪ ਹੋਵੇਗਾ? ਕਹਿੰਦੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਆਪ ਨਾਰਾਇਣ ਕਲਾ ਧਾਰ ਜਗ ਨਹੀਂ ਪਰਵਰਿਓ। ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੂੰ ਮਿਲੋ, ਪਹਿਲਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੂੰ ਯਾਦ ਕਰੋ, ਉਹਨਾਂ ਦਾ ਆਰਾਧਨ ਕਰੋ। ਕਹਿੰਦੀ ਕੀ ਆਰਾਧਨ ਕਰਾਂ? ਕਹਿੰਦੇ ਮੂਲ ਮੰਤਰ ਦਾ ਜਾਪ ਕਰੋ। ਕਹਿੰਦੇ ਮੂਲ ਸਰੂਪ ਬਾਣੀ ਸਤਿਗੁਰਾਂ ਦੀ ਮੂਲ ਮੰਤਰ ਦਾ ਜਾਪ ਕਰੀ ਜਾਓ, ਤੁਹਾਨੂੰ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਦਰਸ਼ਨ ਹੋ ਜਾਣਗੇ। ਪਿਆਰੇ ਮੁਸਲਮਾਨ ਵੀਰ ਕਹਿੰਦੇ ਇੱਕ ਦਿਨ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਦਰਸ਼ਨ ਹੋ ਜਾਣਗੇ, ਉਹ ਫਿਰ ਤੁਹਾਨੂੰ ਮੁਹੰਮਦ ਸਾਹਿਬ ਦੇ ਦਰਸ਼ਨ ਕਰਾ ਦੇਣਗੇ। ਕਹਿੰਦੇ ਮੈਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਮੂਲ ਮੰਤਰ ਦਾ ਜਾਪ, ਕਿਉਂਕਿ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਏ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਜਿਹਦੇ ਅੰਦਰ ਪਿਆਸ ਹੋਵੇ, ਜਿਹਦੇ ਅੰਦਰ ਤੜਪ ਹੋਵੇ, ਜੇ ਮਾਂ ਭਾਗ ਭਰੀ ਦੇ ਮਨ ਅੰਦਰ ਤੜਪ ਸੀ ਨਾ, ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆ ਕਰਕੇ ਦਰਸ਼ਨ ਦਿੱਤੇ। ਪਿਆਰੇ ਦਰਸ਼ਨ ਦੀਦਾਰ ਤਾਂ ਹੀ ਹੁੰਦੇ ਨੇ ਜੇ ਮਨ ਅੰਦਰ ਤੜਪ ਹੋਵੇ। ਕਹਿੰਦੇ ਹੁਣ ਮੈਂ ਹਰ ਵੇਲੇ ਮੂਲ ਮੰਤਰ ਦਾ ਜਾਪ ਕਰਦਾ। ਮੂਲ ਮੰਤਰ ਦਾ ਜਾਪ ਕਰਦੇ ਹਾਂ ਕਹਿੰਦੇ ਐਸੀ ਨਿਭ ਲੱਗ ਗਈ। ਇੱਕ ਦਿਨ ਕਹਿੰਦੇ ਐਸਾ ਹੋਇਆ, ਮੈਨੂੰ ਸਾਹਮਣੇ ਪ੍ਰਕਾਸ਼ ਦਿਖਾਈ ਦਿੱਤਾ। ਪਹਿਲਾਂ ਮੈਨੂੰ ਕਹਿੰਦੇ ਸਾਹਮਣੇ ਪ੍ਰਕਾਸ਼ ਦਿਖਾਈ ਦਿੱਤਾ। ਜਦੋਂ ਮੈਂ ਪ੍ਰਕਾਸ਼ ਵੱਲ ਵੇਖਿਆ ਤੇ ਮੇਰੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਮੈਨੂੰ ਦਰਸ਼ਨ ਦੀਦਾਰ ਹੋਏ।
ਕਹਿੰਦੇ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਜਿਸ ਵੇਲੇ ਦਰਸ਼ਨ ਦੀਦਾਰ ਹੋਏ ਤੇ ਮੈਂ ਕਹਿੰਦੀ ਮੱਥਾ ਟੇਕਿਆ ਤੇ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੀ ਕੀ ਚਾਹੀਦਾ ਤੁਹਾਨੂੰ? ਤੁਸੀਂ ਕਹਿੰਦੇ ਮੁਹੰਮਦ ਸਾਹਿਬ ਨੂੰ ਮਿਲਣਾ ਚਾਹੁੰਦੇ ਹੋ, ਮੁਹੰਮਦ ਸਾਹਿਬ ਦੇ ਦਰਸ਼ਨ ਕਰਨੇ ਚਾਹੁੰਦੇ ਹੋ। ਕਹਿੰਦੇ ਮੇਰੇ ਮੁਖ ਵਿੱਚੋਂ ਇਹ ਗੱਲ ਨਿਕਲੀ ਕਿ ਸਤਿਗੁਰੂ ਨਾਨਕ ਪਾਤਸ਼ਾਹ ਪਹਿਲਾਂ ਤੇ ਮੇਰੇ ਮਨ ਦੇ ਵਿੱਚ ਸੀ ਕਿ ਮੁਹੰਮਦ ਸਾਹਿਬ ਦੇ ਦਰਸ਼ਨ ਕਰਨ ਦੀ ਤੜਫ ਸੀ, ਪਰ ਹੁਣ ਨਹੀਂ। ਹੁਣ ਮੈਂ ਇਹ ਗੱਲ ਚਾਹੁੰਦਾ ਹਮੇਸ਼ਾ ਮੈਨੂੰ ਤੁਹਾਡੇ ਦਰਸ਼ਨ ਦੀਦਾਰੇ ਹੀ ਹੁੰਦੇ ਰਹੇ, ਤੁਹਾਡੇ ਦਰਸ਼ਨ ਦੀਦਾਰੇ ਮੈਂ ਕਰਦਾ ਰਹਾ। ਤੇ ਕਹਿੰਦੇ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਸਾਖਸ਼ਾਤ ਮੈਨੂੰ ਇਹ ਗੱਲ ਆਖੀ ਕਿ ਖਾਨ ਸਾਹਿਬ, ਜੇ ਤੁਸੀਂ ਸਾਡੇ ਦਰਸ਼ਨ ਦੀਦਾਰੇ ਹਮੇਸ਼ਾ ਹੀ ਕਰਨੇ ਚਾਹੁੰਦੇ ਹੋ, ਆਹ ਜਿਹੜਾ ਤੁਹਾਡਾ ਬਾਗ ਆ ਨਾ, ਉਹ ਕਹਿੰਦੇ 1/3 ਹਿੱਸਾ ਕਹਿੰਦੇ ਗੁਰੂ ਕੇ ਲੰਗਰਾਂ ਵਾਸਤੇ ਕੱਢ ਦਿਓ, ਗੁਰੂ ਕੇ ਲੰਗਰ ਲਗਾਓ, ਗੁਰੂ ਕੇ ਲੰਗਰ ਲਗਾਓ, ਆਏ ਗਏ ਵਾਸਤੇ ਕਹਿੰਦੇ ਲੰਗਰ ਸਜਾਓ। ਕਹਿੰਦੀ ਹੁਣ ਤੇ ਫਿਰ ਇਸ ਤਰ੍ਹਾਂ ਕਰੀਦਾ, ਮੁਸਲਮਾਨਾਂ ਵਾਸਤੇ ਵੱਖਰਾ ਲਾਂਗਰੀ, ਹਿੰਦੂਆਂ ਵਾਸਤੇ ਸਿੱਖਾਂ ਵਾਸਤੇ ਵੱਖਰਾ ਲਾਂਗਰੀ ਲਾਏ ਨੇ, ਤੇ ਗੁਰੂ ਦਾ ਲੰਗਰ ਚੱਲਦਾ। ਆ ਤੀਸਰਾ ਹਿੱਸਾ ਬਾਗ ਦਾ ਜਿਹੜਾ ਹੈ ਕਹਿੰਦੇ ਮੈਂ ਤੇ ਅੱਧਾ ਹੀ ਕਰ ਦਿੱਤਾ, ਅੱਧਾ ਹਿੱਸਾ ਕਹਿੰਦੇ ਇਹ ਗੁਰੂ ਨਾਨਕ ਦਾ ਬਾਗ ਹੈ। ਤੇ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ, ਧੰਨ ਗੁਰੂ ਕਲਗੀਧਰ ਮਹਾਰਾਜ, ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਫਤਿਹ ਬਣਾਉਣ ਵਾਸਤੇ ਆਖੀ ਗੁਰੂ ਨਾਨਕ ਗੋਬਿੰਦ ਰੂਪ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਮੰਨਣ ਵਾਲਾ, ਗੁਰੂ ਨਾਨਕ ਨੂੰ ਮੰਨਣ ਵਾਲਾ, ਮੈਂ ਇਸੇ ਕਰਕੇ ਤੁਹਾਨੂੰ ਫਤਿਹ ਬੁਲਾਈ, ਇਸੇ ਕਰਕੇ ਤੁਹਾਨੂੰ ਫਤਿਹ ਬੁਲਾਈ। ਪਿਆਰੋ, ਜਿਸ ਦੀ ਵੀ ਲਗਨ ਲੱਗ ਗਈ ਉਸ ਮਾਲਕ ਦੇ ਚਰਨਾਂ ਦੇ ਨਾਲ, ਬੇੜੇ ਉਹਨਾਂ ਦੇ ਪਾਰ ਹੋ ਜਾਂਦੇ ਨੇ, ਬੇੜੇ ਉਹਨਾਂ ਦੇ ਪਾਰ ਹੋਣਗੇ ਜਿਹੜੇ ਵਿਸ਼ਵਾਸ ਵਾਲੇ ਨੇ। ਜੇ ਕਿਸੇ ਨੂੰ ਵਿਸ਼ਵਾਸ ਨਹੀਂ, ਉਹ ਕਹਿੰਦੇ ਕੀ ਕਰਨਾ, ਐਵੇਂ ਟਾਈਮ ਬਰਬਾਦ ਹੋਵੇਗਾ। ਸਤ ਸੰਗਤ ਦੇ ਵਿੱਚ ਜਾ ਕੇ ਪਿਆਰੋ ਟਾਈਮ ਬਰਬਾਦ ਨਹੀਂ ਜੇ ਹੁੰਦਾ, ਟਾਈਮ ਸਫਲ ਹੁੰਦਾ ਜੇ। ਕਈ ਵਾਰੀ ਐਸੀ ਗੱਲ ਕੋਈ ਸੁਣਨ ਨੂੰ ਮਿਲ ਜਾਂਦੀ ਹੈ ਜਿਸ ਦੇ ਨਾਲ ਸਾਡਾ ਬੇੜਾ ਪਾਰ ਹੋ ਜਾਂਦਾ। ਪਿਆਰੇ, ਇਹ ਨੁਕਤੇ ਵਾਲੀ ਗੱਲ ਯਾਦ ਰੱਖਣੀ ਕਿ ਜੋ ਕੁਝ ਵੀ ਅਸੀਂ ਕਰਦੇ ਹਾਂ, ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਏ। ਜੋ ਕੁਝ ਵੀ ਅਸੀਂ ਕਰ ਰਹੇ ਹਾਂ, ਸੰਚਿਤ ਕਰਮ ਕਰੀ ਜਾ ਰਹੇ ਹਾਂ। ਆਹ ਜਿਹੜੇ ਤੁਸੀਂ ਸੰਚਿਤ ਕਰਮ ਕਰੋਗੇ ਨਾ, ਜੇ ਤੇ ਇਸ ਜਨਮ ਦੇ ਵਿੱਚ ਮੁਕਤੀ ਮਿਲ ਗਈ ਤੇ ਠੀਕ ਹੈ, ਜੇ ਨਾ ਵੀ ਮੁਕਤੀ ਮਿਲੀ ਤੇ ਫਿਰ ਪਿਆਰੋ ਮਨੁੱਖਾ ਜਨਮ ਜ਼ਰੂਰ ਮਿਲੇਗਾ, ਮਨੁੱਖਾ ਜਨਮ ਜ਼ਰੂਰ ਮਿਲੇਗਾ। ਕਿਉਂਕਿ ਤੁਹਾਡੇ ਸੰਚਿਤ ਕਰਮ ਹੋਏ ਪਏ ਨੇ, ਤੁਹਾਡੇ ਇਕੱਠੇ ਕਰਮ ਹੋਏ ਨੇ। ਜੇ ਕਿਧਰੇ ਪਹਿਲੋਂ ਮੌਤ ਆ ਗਈ, ਇਹਨਾਂ ਤੋਂ ਪਹਿਲੋਂ ਜੇ ਕਿਧਰੇ ਪਿਆਰਿਓ ਮੌਤ ਹੋ ਗਈ ਤੇ ਮਿਲਾਪ ਨਾ ਹੋਇਆ, ਅਗਲੇ ਜਨਮ ਦੇ ਵਿੱਚ ਸਹੀ ਮਿਲਾਪ ਜ਼ਰੂਰ ਹੋ ਜਾਵੇਗਾ। ਆਹ ਜਿਹੜੀ ਸਤ ਸੰਗਤ ਅਸੀਂ ਕਰਦੇ ਆ ਨਾ, ਇਹ ਵੀ ਕੋਈ ਪੂਰਬਲੇ ਜਨਮਾਂ ਦਾ ਸਾਡਾ ਜਪ ਤਪ ਕੀਤਾ ਤਾਂ ਹੀ ਸਾਨੂੰ ਇਹ ਘੜੀਆਂ ਨਸੀਬ ਹੁੰਦੀਆਂ ਨੇ। ਨਹੀਂ ਤੇ ਸਾਰੇ ਪਿਆਰੇ ਤੁਹਾਡੇ ਸਾਹਮਣੇ ਇੱਥੇ ਸੰਗਤਾਂ ਕਈ ਆਉਂਦੀਆਂ ਸਨ, ਉਹ ਬਹਾਨਾ ਪਤਾ ਕੀ ਲਾਉਂਦੇ ਨੇ, ਟਾਈਮ ਬੜਾ ਹੁੰਦਾ, ਇਹ ਨਹੀਂ ਟਾਈਮ ਹੁੰਦਾ ਵੀ ਟਾਈਮ ਨਹੀਂ ਉਹਨਾਂ ਦੇ ਕੋਲ ਹੁੰਦਾ। ਕਹਿੰਦੇ ਕਰੋਨਾ ਚੱਲ ਰਿਹਾ, ਆ ਵਾਇਰਸ ਚੱਲ ਰਹੀ ਹੈ, ਇਹ ਬਹਾਨਾ ਬੜਾ ਤਗੜਾ ਉਹਨਾਂ ਨੂੰ ਮਿਲ ਗਿਆ। ਪਰ ਮੇਰਾ ਸਤਿਗੁਰੂ ਇਹ ਜਾਣਦਾ, ਇਹ ਬਹਾਨੇ ਨਹੀਂ ਚੱਲਣੇ ਪਿਆਰੇ, ਇਹ ਬਹਾਨੇ ਨਹੀਂ ਚੱਲਣੀ। ਜਿਨ੍ਹਾਂ ਨੇ ਸਤ ਸੰਗਤ ਕਰਨੀ ਹੈ ਉਹਨਾਂ ਨੇ ਪਹੁੰਚ ਹੀ ਜਾਣਾ ਹੈ, ਉਹਨਾਂ ਨੇ ਆਨਾਕਾਨੀ ਨਹੀਂ ਕਰਨੀ। ਤੇ ਦੂਸਰਾ ਇਹੋ ਗੱਲ, ਫਿਰ ਦੂਸਰਾ ਅਸੀਂ ਝੂਠ ਬੋਲਦੇ ਹਾਂ, ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹ ਕਰੋਨਾ ਵਾਇਰਸ ਚੱਲ ਰਿਹਾ, ਅਸੀਂ ਤਾਂ ਨਹੀਂ ਆਉਂਦੇ। ਪਿਆਰੇ, ਗੁਰੂ ਦਰਬਾਰ ਦੇ ਵਿੱਚ ਕਈ ਐਸੀਆਂ ਰੂਹਾਂ ਆ, ਤੁਸੀਂ ਰੋਜ਼ਾਨਾ ਆਉਂਦੇ, ਜਿਹੜੇ ਆਉਂਦੇ ਹੋ ਰੋਜ਼ਾਨਾ ਹਾਜ਼ਰੀਆਂ ਭਰਦੇ ਹੋ ਨਾ, ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹੋ। ਜਿਹੜਾ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜ ਜਾਵੇਗਾ ਪਿਆਰੋ, ਬਿਮਾਰੀਆਂ ਤੇ ਆਪੇ ਦੂਰ ਹੋ ਜਾਣਗੀਆਂ, ਬਖਸ਼ਿਸ਼ ਆਪੇ ਹੋ ਜਾਵੇਗੀ, ਰਹਿਮਤ ਆਪੇ ਹੋ ਜਾਵੇਗੀ ਜਦੋਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਅਸੀਂ ਜੁੜ ਜਾਵਾਂਗੇ। ਪਰ ਐਸਾ ਨਾ ਹੋਵੇ ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਲੇ। ਪਾਪ ਵੀ ਕਰੀ ਜਾਵੇ ਤੇ ਭੇਖ ਜਿਹੜਾ ਆਪਣਾ ਸੰਤਾਂ ਵਾਲਾ ਬਣਾ ਲਵੇ, ਨਿਰਵਾਲੇ ਵਾਸਨਾ ਰਹਿਤ ਆਪਣਾ ਭੇਖ ਬਣਾ ਲਵੇ। ਪਰ ਪਾਪ ਅੰਦਰੋਂ ਕਰੀ ਚਲੀ ਜਾਵੇ, ਉਸ ਦਾ ਫਾਇਦਾ ਕੋਈ ਨਹੀਂ ਹੋਵੇ। ਜਾਨ ਤਦੋ ਵਾਹਿਗੁਰੂ ਨੂੰ ਅਸੀਂ ਦੂਰ ਸਮਝਦੇ ਹਾਂ, ਜਾਨ ਦੂਰ ਤੁਮ ਹੈ, ਵਾਹਿਗੁਰੂ ਜੀ ਤੈਨੂੰ ਦੂਰ ਸਮਝਦਾ ਹੈ। ਹਰ ਇੱਕ ਪਿਆਰਿਓ ਦੂਰ ਹੀ ਸਮਝਦਾ, ਜਿਹੜਾ ਨੇੜੇ ਸਮਝੇਗਾ ਨਾ, ਜਿਹੜਾ ਸਾਖਸ਼ਾਤ ਸਮਝੇਗਾ, ਉਹ ਗੁਰੂ ਦੇ ਦਰਸ਼ਨ ਜ਼ਰੂਰ ਕਰੇਗਾ।
ਜਿਹੜਾ ਕਹੇਗਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰਮੇਸ਼ਰ ਦਾ ਸਰੂਪ ਹਨ, ਉਹਦੇ ਵਾਸਤੇ ਦੂਰੀ ਕੋਈ ਨਹੀਂ, ਉਹਦੇ ਵਾਸਤੇ ਦੂਰੀ ਕੋਈ ਨਹੀਂ। ਉਹ ਕਹਿੰਦੇ ਸਦਾ ਅੰਗ ਸੰਗੇ ਆਪੰਗਮ ਵਿਭੂਤੀ। ਉਹ ਕਹੇਗਾ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਜੇ ਇਹ ਕਹਿ ਰਹੇ ਨਾ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਆਪੰਗਮ ਵਿਭੂਤੇ। ਜੇ ਮੇਰਾ ਮਾਲਕ ਇਹ ਗੱਲ ਕਹਿ ਰਿਹਾ, ਉਹ ਸਦਾ ਮੇਰੇ ਅੰਗ ਸੰਗ ਹੈ, ਉਹ ਇਨ ਬਿਨ ਕਮਾਈ ਕਰੇਗਾ ਬਚਨਾਂ ਦੀ। ਤੁਮਹੀਂ ਪ੍ਰਭ ਨੇ ਵਾਹਿਗੁਰੂ ਜੀ ਤੁਸੀਂ ਤਾਂ ਬਿਲਕੁਲ ਨੇੜੇ ਹੋ। ਕਹਿ ਰਵਿਦਾਸ ਕਿ ਭਗਤ ਰਵਿਦਾਸ ਜੀ ਇਹ ਗੱਲ ਕਹਿੰਦੇ ਨੇ ਵੀ ਹੱਥ ਤੋਂ ਵੀ ਨੇੜੇ ਆ ਸਾਡਾ ਹੱਥ ਹੈ, ਇਹ ਵੀ ਦੂਰ ਹੈ। ਕਹਿ ਰਵਿਦਾਸ ਕਹਿੰਦੇ ਬਿਲਕੁਲ ਇਹ ਹੱਥ ਤੋਂ ਵੀ ਨੇੜੇ ਆ, ਦੂਰ ਨਹੀਂ ਆ। ਉਤ ਤਾਂ ਕੇ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ। ਮਨੁੱਖ ਜਿਹੜਾ ਨਾ ਪਾਪ ਕਰਮ ਕਰਨ ਵਾਲਾ, ਬੁਰੇ ਕੰਮ ਕਰਨ ਵਾਲਾ, ਕਦੀ ਉਧਰ ਵੇਖਦਾ ਕਦੀ ਉਧਰ ਵੇਖਦਾ ਹੈ ਪਿਆਰੇ। ਜਦੋਂ ਲੋਭ ਮਨ ਦੇ ਵਿੱਚ ਆਉਂਦਾ ਹੈ, ਫਿਰ ਲੋਭੀ ਹੋ ਕਰਕੇ ਚੋਰੀਆਂ ਵੀ ਕਰਦਾ, ਡਾਕੇ ਵੀ ਮਾਰਦਾ, ਸਾਰਾ ਕੁਝ ਕਰਦਾ ਹੈ। ਕਦੀ ਉਸ ਪਾਸੇ ਵੇਖਦਾ ਕਦੀ ਉਸ ਪਾਸੇ ਵੇਖਦਾ, ਮੈਨੂੰ ਕੋਈ ਤਾਕਤ ਨਹੀਂ ਰਿਹਾ ਪਿਆਰਿਓ। ਜਿਹਦੇ ਕੋਲੋਂ ਮਨੁੱਖ ਲੁਕਾਉਂਦਾ ਉਹ ਤੇ ਹਰ ਵੇਲੇ ਵੇਖਦਾ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ ਉਹ ਤੇ ਸਦਾ ਹੀ ਵੇਖ ਰਿਹਾ। ਰਹਾਉ ਜਬ ਲਗ ਟੁਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨ ਕੋਈ। ਭਰਮ ਕੀ ਬਣਿਆ, ਮਾਇਆ ਦੇ ਕਰਕੇ ਭਰਮ ਬਣੇ ਹੋਏ ਨੇ ਸਾਰੇ। ਕਹਿੰਦੇ ਇਹ ਜਿਤਨੀ ਦੇਰ ਤੱਕ ਇਹ ਦੀਵਾਰ ਨਹੀਂ ਟੁੱਟਦੀ, ਜਿਤਨੀ ਦੇਰ ਤੱਕ ਇਹ ਦੀਵਾਰ ਨਹੀਂ ਟੁੱਟਦੀ, ਇਹ ਭਰਮ ਨਹੀਂ ਟੁੱਟਦਾ, ਇਹ ਮਾਇਆ ਵਾਲਾ ਭਰਮ ਨਹੀਂ ਜਾਂਦਾ, ਤਬ ਲਗ ਮੁਕਤ ਨਾ ਹੋਈ, ਤਬ ਲਗ ਆਜ਼ਾਦ ਨਹੀਂ ਹੋ ਸਕਦਾ। ਆਜ਼ਾਦ ਉਦੋਂ ਹੀ ਹੋਵੇਗਾ ਜਦੋਂ ਮਾਇਆ ਦੀ ਜਕੜ ਦੇ ਵਿੱਚੋਂ ਨਿਕਲੇਗਾ, ਜਦੋਂ ਮਾਇਆ ਦੀ ਗ੍ਰਿਫਤ ਦੇ ਵਿੱਚੋਂ ਨਿਕਲੇਗਾ, ਜਦੋਂ ਮਾਇਆ ਦੇ ਪੰਜੇ ਦੇ ਵਿੱਚੋਂ ਬਾਹਰ ਹੋਵੇਗਾ। ਇਹ ਤੇ ਮਾਇਆ ਵਿੱਚ ਫਸਿਆ ਹੀ, ਸਾਰੇ ਮਾਇਆ ਦੇ ਵਿੱਚ ਹੀ ਫਸੇ ਹੋਏ ਆ ਨਾ। ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਜਿਸ ਦੀ ਮਾਲਕ ਕਿਰਪਾ ਕਰ ਦੇਵੇ, ਕਹਿੰਦੀ ਉਹ ਦਿਖਾਵਿਆਂ ਦੇ ਵਿੱਚ ਨਹੀਂ ਰੀਝਦਾ, ਉਹ ਦਿਖਾਵਿਆਂ ਦਾ ਕੋਈ ਅਸਰ ਨਹੀਂ ਜੀ। ਸਾਡੇ ਕੱਪੜਿਆਂ ਵੱਲ ਨਹੀਂ ਜੀ ਵੇਖਦਾ, ਸਾਡੇ ਭੇਖ ਵੱਲ ਨਹੀਂ ਜੀ ਵੇਖਦਾ, ਜਿਸ ਦੀ ਮਾਲਕ ਦੀ ਦਇਆ ਹੋਵੇ। ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਕੋਈ ਹੋਇਆ ਜਿਹੜਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ, ਉਹ ਸਾਡੇ ਦੇ ਭੇਖ ਵੱਲ ਨਹੀਂ ਵੇਖੇਗਾ। ਭੇਖ ਦੇ ਪਿਆਰੋ ਬਹੁਤ ਸਾਰੇ ਐਸੇ ਪਿਆਰੇ ਪ੍ਰਭੂ ਦੇ ਹੁੰਦੇ ਨੇ ਜਿਨ੍ਹਾਂ ਨੇ ਆਮ ਸਧਾਰਨ ਹੀ ਕੱਪੜੇ ਪਾਏ ਹੁੰਦੇ ਨੇ, ਪੈਂਟ ਕਮੀਜ਼ ਵੀ ਪਾਈ ਹੁੰਦੀ ਹੈ, ਕਈਆਂ ਨੇ ਪੈਂਟ ਕੋਟ ਪਾਏ ਹੁੰਦੇ ਨੇ, ਪਰ ਬਖਸ਼ਿਸ਼ ਉਹਨਾਂ ਦੀ ਬੜੀ ਹੁੰਦੀ ਹੈ ਔਰ ਰਹਿਮਤ ਉਹਨਾਂ ਤੇ ਬਹੁਤ ਹੋਈ ਹੁੰਦੀ ਹੈ, ਕਿਉਂਕਿ ਉਹ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ ਹਰ ਵੇਲੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇੱਕ ਰੱਬੀ ਰੂਹ ਜਿਹੜੇ ਕਿ ਰੋਜ਼ਾਨਾ ਹੀ 3 ਪਹਿਰੇ ਦੀਆਂ ਹਾਜ਼ਰੀਆਂ ਭਰਦੇ ਨੇ, ਮੈਂ ਉਹਨਾਂ ਦਾ ਜ਼ਿਕਰ ਨਾਂ ਦਾ ਨਾ ਹੀ ਕਰਾਂ, ਉਹ ਹਮੇਸ਼ਾ ਉਹਨਾਂ ਨੇ ਸਪਾਰੀ ਸੂਟ ਪਾਇਆ ਹੁੰਦਾ, ਪਰ ਬਖਸ਼ਿਸ਼ ਉਹਨਾਂ ਤੇ ਇਤਨੀ ਹੈ ਔਰ ਰਹਿਮਤ ਉਹਨਾਂ ਤੇ ਇਤਨੀ ਹੈ ਕਿ ਉਹਨਾਂ ਦੇ 2 ਪੁੱਤਰ ਐਕਸੀਡੈਂਟ ਦੇ ਵਿੱਚ ਖਤਮ ਹੋ ਗਏ, ਦੋਨਾਂ ਦੀ ਡੈਥ ਹੋ ਗਈ। 2 ਪੁੱਤਰ ਸੀ, ਦੋਨਾਂ ਦੀ ਡੈਥ ਹੋ ਗਈ, ਦੋਨਾਂ ਦੀ ਡੈਥ ਹੋ ਗਈ। ਤੇ ਲੋਕ ਉਹਨਾਂ ਨੂੰ ਕਹਿੰਦੇ ਸੀ ਕਿ ਤੁਹਾਡੇ ਦੋਨਾਂ ਪੁੱਤਰਾਂ ਦੀ ਡੈਥ ਹੋ ਗਈ। ਲੋਕੀ ਅਫਸੋਸ ਕਰਨ ਵਾਸਤੇ ਜਾਂਦੇ, ਕਹਿੰਦੇ ਜਿਸ ਦੀ ਵਸਤ ਸੀ ਉਹ ਲੈ ਗਿਆ, ਕਹਿੰਦੇ ਜਿਸ ਦੀ ਵਸਤ ਸੀ ਉਹ ਲੈ ਗਿਆ, ਕਹਿੰਦੀ ਇਹ ਸਾਡਾ ਥੋੜਾ ਸੀ, ਇਹ ਮਾਲਕ ਦੀ ਵਸਤੂ ਸੀ, ਆਪੇ ਲੈ ਗਿਆ। ਪਰ ਉਹ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਸੂਟ ਤੇ ਸਪਾਰੀ ਪਾਉਂਦੇ ਨੇ, ਪਰ ਬਖਸ਼ਿਸ਼ ਉਹਨਾਂ ਦੀ ਬੜੀ ਹੈ। ਕਹਿੰਦੀ ਉਹ ਭੇਖਾਂ ਦੇ ਵਿੱਚ ਨਹੀਂ ਰੀਝਦਾ, ਉਹ ਪਰਮੇਸ਼ਰ ਸਾਡੇ ਅੰਦਰ ਨੂੰ ਵੇਖਦਾ ਹੈ। ਜਦੋਂ ਅੰਦਰ ਸਾਡਾ ਜੁੜ ਜਾਵੇਗਾ, ਆਓ ਇੱਕ ਵਚਨ ਜਿਹੜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠਿਆਂ ਆਪ ਜੀ ਦੇ ਨਾਲ ਸਾਂਝਾ ਕੀਤਾ ਕਿ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਪਿਆਰੇ, ਇਹ ਸੰਚਿਤ ਹੋ ਰਿਹਾ, ਇਹ ਸਾਡੇ ਹੁਣ ਨਹੀਂ ਤੇ ਅਗਲੇ ਜਨਮ ਵਿੱਚ ਜ਼ਰੂਰ ਕੰਮ ਆਵੇਗਾ। ਇਹ ਵਾਹਿਗੁਰੂ ਵਾਹਿਗੁਰੂ ਜਪਿਆ ਹੋਇਆ, ਪਰਮੇਸ਼ਰ ਦੀ ਬੰਦਗੀ ਕੀਤੀ ਹੋਈ, ਪਰਮੇਸ਼ਰ ਦੀ ਬਾਣੀ ਪੜ੍ਹੀ ਹੋਈ ਅਜ਼ਾਈ ਨਹੀਂ ਜੀ ਜਾਵੇਗੀ। ਆ ਦੁਨੀਆ ਦੇ ਕੰਮ ਜਿਤਨੇ ਸਾਰੇ ਅਜ਼ਾਈ ਹੀ ਜਾਣੇ ਨੇ। ਜਿਹੜਾ ਅਸੀਂ ਧਨ ਇਕੱਤਰ ਕਰ ਰਹੇ ਹਾਂ ਸਾਰਾ ਕੁਝ ਅਜ਼ਾਈ ਜਾਣਾ, ਜੋ ਕੁਝ ਵੀ ਅਸੀਂ ਜੋੜ ਰਹੇ ਹਾਂ ਸਾਰਾ ਕੁਝ ਅਜ਼ਾਈ ਜਾਣਾ ਜੀ। ਇੱਕ ਨਾਮ ਦਾ ਧਨ ਹੈ, ਜਿਤਨਾ ਇਕੱਠਾ ਕਰ ਲਓਗੇ, ਜੇ ਤੇ ਇਸ ਜਨਮ ਦੇ ਵਿੱਚ ਮੁਕਤ ਹੋ ਗਏ ਠੀਕ ਹੈ, ਨਹੀਂ ਤੇ ਅੱਗੇ ਵੀ ਤੁਹਾਡੇ ਇਹ ਕੰਮ ਜ਼ਰੂਰ ਆਵੇਗਾ, ਅਗਲੇ ਜਨਮ ਤੱਕ ਵੀ ਤੁਹਾਡੇ ਇਹ ਕੰਮ ਆਵੇਗਾ। ਆਓ ਕੁਝ ਸਮਾਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਜਤਨ ਕਰੇ ਮਾਨੁਖ ਡਹਕਾਵੈ ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੂ ਕਰ ਪਾਵੈ ਭੇਖ ਕਰੈ ਨਿਰਵਾਣੈ। ਪਿਆਰਿਓ, ਸਤਿਗੁਰੂ ਕਹਿੰਦੇ ਨੇ ਦੁਨੀਆ ਨੂੰ ਧੋਖਾ ਦਿੱਤਾ ਜਾ ਸਕਦਾ, ਵਰਸ਼ਲ ਕਰਕੇ ਮਨੁੱਖ ਕਰਦਾ ਇਸੇ ਤਰ੍ਹਾਂ ਹੀ ਹੈ। ਦੁਨੀਆ ਨੂੰ ਧੋਖਾ ਦੇ ਰਿਹਾ ਹੁੰਦਾ, ਦੁਨੀਆ ਨੂੰ ਧੋਖਾ ਨਹੀਂ ਦੇ ਰਿਹਾ, ਆਪਣੇ ਆਪ ਨੂੰ ਧੋਖਾ ਦੇ ਰਿਹਾ। ਪਿਆਰਿਓ, ਮਨੁੱਖ ਆਪਣੇ ਆਪ ਦੇ ਨਾਲ ਹੀ ਧੋਖੇਬਾਜ਼ੀ ਕਰ ਰਿਹਾ ਹੈ। ਦੁਨੀਆ ਨੂੰ ਧੋਖਾ ਕੀ ਦੇਣਾ ਹੈ? ਜਿਹੜਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਵੇਗਾ ਉਹ ਲਾਹਾ ਖੱਟ ਲਵੇਗਾ। ਹਰਿ ਰਾਮ ਨਾਮ ਜਪ ਲਾਹਾ ਗਤ ਪਾਵੇ ਸੁਖ ਸਹਿਜ ਆਨੰਦਾ ਕਾਟੇ ਜਮ ਕੀ ਫਾਹਾ। ਜਮਾਂ ਦੀ ਫਾਹੀ ਉਹੀ ਕੱਟ ਲੇਗਾ ਜਿਹੜਾ ਪ੍ਰਭੂ ਦੇ ਚਰਨਾਂ ਦੇ ਨਾਲ ਆਪਣੀ ਸੁਰਤੀ ਬਿਰਤੀ ਨੂੰ ਜੋੜ ਲਵੇਗਾ। ਸੱਚਖੰਡ ਦੇ ਨਾਲ ਪਿਆਰਿਓ ਜੁੜਦੇ ਹੋ, ਜਿੱਥੇ ਆਪ ਜੁੜਦੇ ਹੋ ਹੋਰਨਾਂ ਨੂੰ ਨਾਲ ਜੋੜਨ ਦਾ ਯਤਨ ਕਰਿਆ ਕਰੋ। ਜੇ ਇੱਕ ਨਾਲ ਕਿਸੇ ਇੱਕ ਹੋਰ ਨੂੰ ਲੈ ਆਵੇ ਪਿਆਰਿਓ, ਬੜਾ ਵੱਡਾ ਪੁੰਨ ਹੈ। ਇਹ ਪੁੰਨ ਦਾ ਕੰਮ ਹੈ। ਤੇ ਜੇ ਕਿਤੇ ਇੱਕ ਕੋਈ ਦੂਸਰੇ ਨੂੰ ਤੋੜ ਦੇਵੇ ਤੇ ਇਹਦੇ ਵਰਗਾ ਪਾਪ ਵੀ ਕੋਈ ਨਹੀਂ। ਜੇ ਜੋੜਨ ਵਾਲੇ ਨੂੰ ਪੁੰਨ ਪ੍ਰਾਪਤ ਹੁੰਦਾ ਨਾ ਤੇ ਤੋੜਨ ਵਾਲੇ ਨੂੰ ਪਾਪ ਜ਼ਰੂਰ ਲੱਗੇਗਾ। ਇਹ ਖਿਆਲ ਕਰਨਾ ਹੈ ਕਿ ਗੁਰੂ ਦੇ ਨਾਲ ਅਸੀਂ ਜੋੜਨਾ ਹੈ।
ਇੱਕ ਨੂੰ ਤਾਂ ਜ਼ਰੂਰ ਜੋੜਨ ਦਾ ਯਤਨ ਕਰੀਏ। ਜਦੋਂ ਅਸੀਂ ਇੱਕ ਨੂੰ ਜੋੜ ਦੇਵਾਂਗੇ, ਇੱਕ ਅੱਗੇ ਹੋਰਾਂ ਨੂੰ ਜੋੜ ਦੇਵੇਗਾ। ਜੁੜਦਿਆਂ ਜੁੜਦਿਆਂ ਪਿਆਰਿਓ ਇਸੇ ਤਰ੍ਹਾਂ ਲੜੀ ਬਣ ਜਾਵੇਗੀ। ਇਹ ਤੋੜਨ ਵਾਲੇ ਨੇ ਪਿਆਰਿਓ, ਉਹ ਪਾਪਾਂ ਦੀ ਭਾਗੀ ਬਣਦੇ ਨੇ ਹਮੇਸ਼ਾ। ਕਈ ਰੂਹਾਂ ਤੋੜਨ ਵਾਸਤੇ ਹੁੰਦੇ ਨੇ, ਕਈ ਤੋੜ ਦਿੰਦੇ ਨੇ, ਦਰ ਦੇ ਨਾਲ ਜੁੜਿਆ ਹੋਇਆਂ ਨੂੰ ਵੀ ਤੋੜ ਦਿੰਦੇ ਨੇ। ਉਹ ਗੱਲਾਂ ਹੀ ਇਹੋ ਜਿਹੀਆਂ ਕਰਦੇ ਨੇ, ਤੁਹਾਨੂੰ ਕੀ ਮਿਲਣਾ, ਤੁਹਾਨੂੰ ਕੀ ਮਿਲਣਾ, ਐਵੇਂ ਟਾਈਮ ਬਰਬਾਦ ਨਾ ਕਰੋ। ਦੂਸਰਿਆਂ ਨੂੰ ਜੇ ਆਪ ਨਹੀਂ ਕਰਨਾ, ਦੂਸਰਿਆਂ ਨੂੰ ਵੀ ਨਹੀਂ ਉਹ ਟਾਈਮ ਸਬਰਾਉਣ ਦਿੰਦੇ। ਉਹਨਾਂ ਦੀ ਬਿਰਤੀ ਐਸੀ ਬਣੀ ਹੁੰਦੀ ਆ ਕਿ ਜੇ ਆਪ ਨਹੀਂ ਨਾ ਜੁੜਨਾ ਮਾਲਕ ਦੇ ਚਰਨਾਂ ਨਾਲ, ਤੇ ਦੂਸਰਾ ਵੀ ਨਾ ਜੁੜੇ। ਜੇ ਆਪ ਲਾਹਾ ਨਹੀਂ ਲੈ ਸਕਦੇ ਤੇ ਦੂਸਰਾ ਵੀ ਲਾਹਾ ਨਾ ਲਵੇ। ਤੇ ਪਿਆਰਿਓ, ਉਹ ਪਾਪੀ ਜੀਵੜੇ ਨੇ। ਤੇ ਜਿਹੜੇ ਪੁੰਨੀ ਜੁੜੇ ਹੁੰਦੇ ਨੇ, ਜਿੱਥੇ ਆਪ ਜੁੜਦੇ ਨੇ, ਉਹ ਦੂਸਰਿਆਂ ਨੂੰ ਵੀ ਜੋੜਨ ਦਾ ਯਤਨ ਕਰਦੇ ਰਹਿੰਦੇ ਨੇ। ਜੇ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ, ਕੋਈ ਦੂਸਰਾ ਵੀ ਜਪ ਲਵੇ, ਉਸਦਾ ਵੀ ਬੇੜਾ ਪਾਰ ਹੋ ਜਾਵੇਗਾ। ਪਿਆਰਿਓ, ਜਿਹੜਾ ਵੀ ਜਪੇਗਾ, ਬੇੜਾ ਤੇ ਉਸੇ ਦਾ ਹੀ ਪਾਰ ਹੋਣਾ, ਲੋਕ ਪਰਲੋਕ ਉਸੇ ਦਾ ਹੀ ਸਵਰਨਾ ਹੈ। ਸਤਿਗੁਰਾਂ ਦੀ ਮੁਬਾਰਕ ਬਚਨ ਹਨ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਵਾਹਿਗੁਰੂ ਨੇ ਜਿਨ੍ਹਾਂ ਦਾ ਲੋਕ ਪਰਲੋਕ ਸਵਾਰਨਾ ਨਾ, ਉਹਨਾਂ ਨੂੰ ਆਪੇ ਹੀ ਜੋੜ ਲੈਣਾ, ਆਪਣੇ ਨਾਲ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰਿਓ, ਆਓ ਜੁੜ ਕੇ ਰਹੀਏ, ਸਾਰੇ ਹੀ ਗੱਜ ਵੱਜ ਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।